ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 653 ਤੋਂ ਲੈ ਕੇ 655 ਤੱਕ ਸਵਾਇਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਪਹਿਲਾ। ਤਾਕੀ ਰਜਾਏ ਲੇਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ, ਹੰਡੇ ਜੀ ਕਮਾਂਦੇ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਪਾਂਡੇ ਨੂੰ ਸਮਝਾ ਰਹੇ ਨੇ ਕਿ ਹੇ ਪਾਂਡੇ, ਜੋ ਅਸੀਂ ਇਸ ਜਨਮ ਦੇ ਵਿੱਚ ਕਰਮ ਕਰ ਰਹੇ ਹਾਂ, ਉਹ ਕਰਮ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ, ਸਾਡੇ ਮੱਥੇ 'ਤੇ ਲਿਖੇ ਹੋਏ ਸਾਡੇ ਲੇਖੇ ਦੇ ਅਨੁਸਾਰ ਹੈ। ਜੋ ਲੇਖਾ ਅਸੀਂ ਆਪਣੇ ਪੂਰਵਲੇ ਕਰਮਾਂ ਦੇ ਅਨੁਸਾਰ ਜੋੜਿਆ ਹੈ, ਪੂਰਵਲੇ ਕਰਮਾਂ ਦੇ ਅਨੁਸਾਰ ਸਾਡਾ ਲੇਖਾ ਜੁੜਿਆ, ਉਸ ਲੇਖੇ ਦੇ ਅਨੁਸਾਰ ਪਰਮੇਸ਼ਰ ਨੇ ਸਾਡੀ ਤਕਦੀਰ ਲਿਖ ਦਿੱਤੀ ਇਸ ਜ਼ਿੰਦਗੀ ਦੀ। ਅਤੇ ਉਹ ਜਿਹੜੇ ਕਰਮ ਨੇ ਉਹਨਾਂ ਦੇ ਅਨੁਸਾਰ ਹੀ ਜਿਹੜੇ ਸੰਸਕਾਰ ਬਣੇ ਨੇ, ਉਸ ਤਰ੍ਹਾਂ ਦੇ ਕੰਮ ਅਸੀਂ ਹੁਣ ਇਸ ਜੀਵਨ ਦੇ ਵਿੱਚ ਕਰ ਰਹੇ ਹਾਂ। ਵਾਹਿਗੁਰੂ ਜੀ। ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ, ਕਿਰਤ ਤੱਕੇ ਦੇ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜੋ ਹੁਕਮ ਦੀ ਨੱਥ ਹੈ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ, ਅਤੇ ਜੀਵ ਨੂੰ ਜੀਵ ਦੇ ਪੁਰਾਣੇ ਜਿਹੜੇ ਕਰਮ ਨੇ ਉਹ ਧੱਕਾ ਦੇ ਕੇ ਆਹ ਜੀਵਨ ਦੇ ਵਿੱਚ ਕਰਮ ਕਰਵਾ ਰਹੇ ਨੇ। ਧੱਕ ਕੇ ਜੀਵ ਨੂੰ ਉਸ ਤਰ੍ਹਾਂ ਦੇ ਕਰਮ ਕਰਵਾ ਰਹੇ ਨੇ। ਕਹਿੰਦੇ ਜਿੱਥੇ ਜਿੱਥੇ ਵੀ ਜੀਵ ਦੀ ਕਿਸਮਤ ਦੇ ਵਿੱਚ ਅੰਨ ਪਾਣੀ ਖਾਣਾ ਹੈ, ਉੱਥੇ ਜੀਵ, ਨਾਨਕ ਜੀ ਕਹਿੰਦੇ, ਪਹੁੰਚ ਜਾਂਦਾ ਹੈ। ਇਹ ਸੱਚ ਹੈ, ਜਿੱਥੇ ਜਿੱਥੇ ਦਾ ਲੇਖਾ ਚੁੱਕਣਾ ਹੈ, ਜੀਵ ਉੱਥੇ ਪਹੁੰਚ ਜਾਂਦਾ ਹੈ। ਪੌੜੀ। ਸਭੇ ਗੱਲਾਂ ਆਪ ਥਾਟ ਬਹਾਲੀਓਨ, ਆਪੇ ਰਚਨ ਰਚਾਏ ਆਪੇ ਹੀ ਕਾਲੀਓਨ। ਆਪੇ ਜੰਤ ਉਪਾਏ ਆਪ ਪ੍ਰਤਿਪਾਲੀਓਨ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲੀਓਨ। ਨਾਨਕ ਭਗਤਾਂ ਸਦਾ ਆਨੰਦ, ਪਾਓ ਦੂਜਾ ਜਾਲੀਓਨ। ਨਾਨਕ ਭਗਤਾਂ ਸਦਾ ਆਨੰਦ, ਪਾਓ ਦੂਜਾ ਜਾਲੀਓਨ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਜਗਤ ਦੀ ਸਾਰੀ ਵਿਉਂਤ ਆਪ ਬਣਾਈ ਹੈ ਕਿ ਜਗਤ ਵਿੱਚ ਕੀ ਅਤੇ ਕਿਵੇਂ ਕੀ ਹੋਣਾ ਹੈ। ਪਰਮੇਸ਼ਰ ਨੇ ਜਗਤ ਦੀ ਰਚਨਾ ਵੀ ਆਪ ਕੀਤੀ ਹੈ ਅਤੇ ਜਗਤ ਦਾ ਅੰਤ ਵੀ ਆਪ ਹੀ ਕਰਦਾ ਹੈ। ਆਪ ਹੀ ਸਾਰੇ ਜੀਅ ਜੰਤ ਪੈਦਾ ਕੀਤੇ ਨੇ, ਆਪ ਹੀ ਉਹਨਾਂ ਦੀ ਪ੍ਰਤੀਪਾਲਨਾ ਕਰਦਾ ਹੈ। ਆਪਣੇ ਦਾਸਾਂ ਦੇ ਉੱਪਰ ਮਿਹਰ ਦੀ ਨਜ਼ਰ ਰੱਖਦਾ ਹੈ, ਉਹਨਾਂ ਨੂੰ ਆਪਣੇ ਕੰਠ ਦੇ ਨਾਲ, ਗਲ ਦੇ ਨਾਲ ਲਾ ਕੇ ਰੱਖਦਾ ਹੈ। ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਦੇ ਭਗਤ ਨੇ ਉਹਨਾਂ ਨੂੰ ਸਦਾ ਹੀ ਆਨੰਦ ਹੁੰਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਲਈ ਪਿਆਰ ਖਤਮ ਹੁੰਦਾ ਹੈ। ਸਿਰਫ ਉਹ ਪਰਮੇਸ਼ਰ ਨੂੰ ਹੀ ਪਿਆਰ ਕਰਦੇ ਨੇ, ਇਸ ਕਰਕੇ ਉਹ ਸਦਾ ਆਨੰਦ ਵਿੱਚ ਹੀ ਰਹਿੰਦੇ ਨੇ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣੈ, ਜਿਤ ਸੇਵੀਐ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ, ਹਉਮੈ ਸ਼ਬਦ ਜਲਾਏ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਹੇ ਮੇਰੇ ਮਨ, ਤੂੰ ਇਕਾਗਰ ਚਿੱਤ ਹੋ ਕੇ ਉਸ ਇੱਕ ਪਰਮੇਸ਼ਰ ਦਾ ਨਾਮ ਸਦਾ ਹੀ ਧਿਆ। ਇਹ ਪਰਮੇਸ਼ਰ ਦਾ ਹੀ ਗੁਣ ਹੈ, ਇਹ ਪਰਮੇਸ਼ਰ ਦੀ ਹੀ ਵਡਿਆਈ ਹੈ, ਜੋ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ। ਸਾਡੇ ਜੀਵਾਂ ਵਾਂਗ ਕਿ ਕਿਸੇ ਨੂੰ ਕੁਛ ਦੇ ਦਿੱਤਾ ਫਿਰ ਬੜਾ ਪਛਤਾਵਾ ਹੋ ਗਿਆ, ਉਹ ਕਿਸੇ ਨੂੰ ਦੇ ਕੇ ਦਾਤਾਂ ਪਛਤਾਉਂਦਾ ਨਹੀਂ ਹੈ। ਕਹਿੰਦੇ ਮੈਂ ਪਰਮੇਸ਼ਰ ਤੋਂ ਬਲਿਹਾਰੇ ਜਾਵਾਂ, ਜਿਹਦੀ ਸੇਵਾ ਭਗਤੀ ਕੀਤਿਆਂ ਜੀਵ ਸਦਾ ਸੁਖੀ ਰਹਿੰਦੇ ਨੇ।
ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹਨਾਂ ਦੇ ਅੰਦਰੋਂ ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਦਾ ਖਾਤਮਾ ਹੋ ਜਾਂਦਾ, ਉਹ ਪਰਮੇਸ਼ਰ ਦੇ ਵਿੱਚ ਸਦਾ ਲਈ ਲੀਨ ਰਹਿੰਦੇ ਨੇ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਤੇ ਆਇਨ ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਆਪ ਹੀ ਜੀਵਾਂ ਨੂੰ ਆਪਣੀ ਸੇਵਾ ਭਗਤੀ ਵਿੱਚ ਲਾਉਂਦਾ ਹੈ, ਆਪੇ ਹੀ ਬਖਸ਼ਿਸ਼ਾਂ ਕਰਦਾ ਹੈ। ਸਾਰਿਆਂ ਦਾ ਮਾਂ ਪਿਓ ਹੈ ਆਪ, ਮਾਂ ਪਿਤਾ ਦੀ ਵਾਂਗ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ, ਸਾਰ ਸੰਭਾਲ ਕਰਦਾ ਹੈ। ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹਨਾਂ ਦਾ ਵਾਸਾ ਨਿਜ ਦੇ ਘਰ ਵਿੱਚ ਹੋ ਜਾਂਦਾ ਅਤੇ ਉਹਨਾਂ ਦੀ ਸਦਾ ਹੀ ਜੈ ਜੈਕਾਰ ਹੁੰਦੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ, ਕਰਤੇ ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਹੇ ਪਰਮੇਸ਼ਰ ਜੀ ਤੂੰ ਸਭ ਕੁਛ ਕਰਨ ਕਾਰਨ ਸਮਰੱਥ ਹੈ, ਤੇਰੇ ਤੋਂ ਬਿਨਾਂ ਤੇਰੇ ਬਰਾਬਰ ਦਾ ਕੁਛ ਕਰ ਸਕਣ ਵਾਲਾ ਕੋਈ ਹੋਰ ਨਹੀਂ ਹੈ। ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ ਹੈ ਤੇਰੇ ਤੋਂ ਬਿਨਾਂ। ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਨਾਸ਼ ਕਰਦਾ ਹੈ। ਸਭ ਜਗ੍ਹਾ 'ਤੇ ਤੇਰਾ ਇੱਕ ਦਾ ਹੁਕਮ ਵਰਤ ਰਿਹਾ ਹੈ, ਜੋ ਕੁਛ ਤੂੰ ਕਰਨਾ ਚਾਹੇ ਉਹੀ ਹੋ ਰਿਹਾ ਹੈ। ਗੁਰੂ ਦੇ ਸਨਮੁਖ ਰੱਖ ਕੇ ਆਪ ਹੀ ਜੀਵ ਨੂੰ ਤੂੰ ਵਡਿਆਈ ਦਿੰਦਾ, ਜਿਸ ਜੀਵ ਨੂੰ ਵਡਿਆਈ ਦਿੰਦਾ ਉਹ ਤੈਨੂੰ ਪਾ ਲੈਂਦੇ ਨੇ। ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਜੀਵ ਪਰਮੇਸ਼ਰ ਦੀ ਅਰਾਧਨਾ ਕਰਦੇ ਨੇ। ਕਹਿੰਦੇ ਉਹ ਗੁਰੂ ਧਨ ਹੈ, ਧਨ ਜਿਸ ਨੇ ਨਾਮ ਦੀਆਂ ਦਾਤਾਂ ਦਿੱਤੀਆਂ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਓਇਲੇ ਜਾਰੇ ਓਇਲੇ ਗਾਡੇ, ਤੇਰੀ ਗਤ ਦੁਹੂ ਨ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਹਦਿਸ ਪਸਰਿਓ ਹੈ ਜਮ ਜੇਵਰਾ ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ ਕਿ ਜੋ ਹਿੰਦੂ ਲੋਕ ਨੇ ਉਹ ਬੁੱਤਾਂ ਦੀ ਪੂਜਾ ਕਰ ਕਰਕੇ ਜੀਵਨ ਵਿਅਰਥ ਉਹਨਾਂ ਦਾ ਚਲੇ ਗਿਆ, ਅਤੇ ਜਿਹੜੇ ਮੁਸਲਮਾਨ ਨੇ ਉਹਨਾਂ ਦਾ ਸਿਰ ਨਵਾ ਨਵਾ ਕੇ ਪੱਛਮ ਵੱਲ ਕੇ ਵੀ ਕਾਬੇ ਵਿੱਚ ਹੀ ਸ਼ਾਇਦ ਪਰਮਾਤਮਾ ਰਹਿੰਦਾ ਹੈ। ਇਹ ਵੀ ਜੀਵਨ ਵਿਅਰਥ ਗਿਆ ਹੈ। ਕਹਿੰਦੇ ਜੋ ਆਪਣੇ ਮੁਰਦਿਆਂ ਨੂੰ ਸਾੜ ਲੈਂਦੇ ਨੇ ਤਾਂ ਉਹ ਸਵਾਹ ਹੋ ਜਾਂਦੇ ਨੇ, ਜੋ ਆਪਣੇ ਮੁਰਦਿਆਂ ਨੂੰ ਅੰਦਰ ਧਰਤੀ ਦੇ ਦੱਬਦੇ ਨੇ, ਦੋਨਾਂ ਨੇ ਕਹਿੰਦੇ ਪਰਮੇਸ਼ਰ ਦਾ ਭੇਤ ਨਹੀਂ ਪਾਇਆ। ਨਾ ਮੁਰਦਿਆਂ ਨੂੰ ਸਾੜਨ ਵਾਲਿਆਂ ਨੇ, ਨਾ ਮੁਰਦਿਆਂ ਨੂੰ ਦੱਬਣ ਵਾਲਿਆਂ ਨੇ। ਸੰਸਾਰ ਦੇ ਵਿੱਚ ਕਹਿੰਦੇ ਅਗਿਆਨਤਾ ਦਾ ਹਨੇਰਾ ਹੈ। ਇਹ ਮੇਰੇ ਮਨ ਚਾਰੇ ਦਿਸ਼ਾਵਾਂ ਦੇ ਵਿੱਚ ਸੰਸਾਰ ਦੇ ਲੋਕ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਨਾਲ ਅਗਿਆਨਤਾ ਹੀ ਅਗਿਆਨਤਾ ਹੈ, ਔਗਣ ਹੀ ਔਗਣ ਪੈਦਾ ਹੁੰਦੇ ਨੇ। ਕਬਿਤ ਪੜ੍ਹੇ ਪੜ੍ਹ ਕਬਿਤਾ ਮੂਏ, ਕੱਪੜ ਕੇ ਦਾਰੈ ਜਾਈ। ਜਟਾ ਤਾਰ ਤਾਰ ਜੋਗੀ ਮੂਏ, ਤੇਰੀ ਗਤ ਇਨਹਿ ਨ ਪਾਈ। ਕਹਿੰਦੇ ਕਵਿਤਾ ਪੜ੍ਹਨ ਵਾਲੇ ਵਿਦਵਾਨ ਲੋਕ ਆਪਣੀ ਵਿਦਵਤਾ ਦੇ ਮਾਣ ਵਿੱਚ, ਹੰਕਾਰ ਵਿੱਚ ਆਤਮਿਕ ਮੌਤੇ ਮਰਦੇ ਨੇ। ਫਿਰ ਕਹਿੰਦੇ ਉਹ ਸਾਧੂ
ਜੋ ਕਹਿੰਦੇ ਕਾਪੜ ਸਾਧੂ ਉਹਨਾਂ ਨੂੰ ਕਹਿੰਦੇ ਨੇ, ਕੇਦਾਰਨਾਥ ਵਿੱਚ ਜਾ ਕੇ ਉੱਚੇ ਪਹਾੜਾਂ 'ਚ ਉਹ ਵੀ ਆਪਣਾ ਜੀਵਨ ਵਿਅਰਥ ਕਰ ਰਹੇ ਨੇ। ਜਟਾਧਾਰ ਜੋਗੀ ਨੇ ਕਹਿੰਦੇ ਉਹ ਆਪਣੇ ਹਿਸਾਬ ਨਾਲ ਸੋਚਦੇ ਨੇ ਵੀ ਸਾਨੂੰ ਹੀ ਰਸਤਾ ਪਰਮੇਸ਼ਰ ਨੂੰ ਪਾਉਣ ਦਾ ਪਤਾ, ਪਰ ਕਹਿੰਦੇ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਜਾਣ ਪਹਿਚਾਣ ਨਹੀਂ ਪਾਈ ਪਰਮੇਸ਼ਰ ਜੀ। ਕਿਸੇ ਨੂੰ ਵੀ ਜੀਵਨ ਦੀ ਅਸਲੀਅਤ ਸਮਝ ਨਹੀਂ ਆਈ। ਦਰਬ ਸੰਚ ਸੰਚ ਰਾਜੇ ਮੂਏ, ਗੜਲੇ ਕੰਚਨ ਪਾਰੀ, ਵੇਦ ਪੜੇ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਜਿਹੜੇ ਰਾਜੇ ਲੋਕ ਨੇ ਕਹਿੰਦੇ ਉਹ ਆਪਣੀ ਜ਼ਿੰਦਗੀ ਧਨ ਦੌਲਤ ਇਕੱਠੀ ਕਰਨ ਦੇ ਵਿੱਚ ਵਿਅਰਥ ਗਵਾ ਲੈਂਦੇ ਨੇ, ਧਰਤੀ ਦੇ ਵਿੱਚ ਸੋਨਾ ਦੱਬਦੇ ਨੇ। ਜਿਹੜੇ ਕਹਿੰਦੇ ਪੰਡਤ ਲੋਕ ਨੇ ਉਹ ਵੇਦ ਪੜ੍ਹ ਪੜ੍ਹ ਕੇ ਆਤਮਿਕ ਮੌਤੇ ਕਹਿੰਦੇ ਮਰ ਜਾਂਦੇ ਨੇ, ਉਹ ਵੀ ਜੀਵਨ ਦੀ ਅਸਲੀਅਤ ਨਹੀਂ ਸਮਝਦੇ। ਜੋ ਇਸਤਰੀਆਂ ਨੇ ਕਹਿੰਦੇ ਉਹ ਸ਼ੀਸ਼ੇ ਦੇ ਵਿੱਚ ਆਪਣਾ ਰੂਪ ਦੇਖਣ ਦੇ ਵਿੱਚ ਹੀ ਆਪਣਾ ਜੀਵਨ ਵਿਅਰਥ ਗਵਾ ਲੈਂਦੀਆਂ ਨੇ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ ਕਬੀਰਾ। ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ ਕਬੀਰਾ। ਕਹਿੰਦੇ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ, ਪਰਮੇਸ਼ਰ ਦਾ ਨਾਮ ਲੈਣ ਤੋਂ ਬਿਨਾਂ ਸਾਰੇ ਆਪਣਾ ਜੀਵਨ ਵਿਅਰਥ ਗਵਾ ਰਹੇ ਨੇ। ਕਬੀਰ ਜੀ ਕਹਿ ਰਹੇ ਨੇ, ਇਹ ਸਿੱਖਿਆ ਦੇ ਰਹੇ ਨੇ ਸਾਨੂੰ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਕੀਤੀ ਹੈ। ਇਹ ਸੱਚਾਈ ਹੈ। ਜਬ ਜਰੀਏ ਤਬ ਹੋਏ ਭਸਮ ਤਨ, ਰਹੇ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬੜਾਈ। ਕਾਹੇ ਪਈਆ ਫਿਰ ਤੋ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਫੂਲਿਆ ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਜਦੋਂ ਕਹਿੰਦੇ ਸਰੀਰ ਨੂੰ, ਮੁਰਦੇ ਨੂੰ ਸਾੜਿਆ ਜਾਂਦਾ, ਜਿਸ ਤਰ੍ਹਾਂ ਆਪਣੇ ਹਿੰਦੂ ਲੋਕਾਂ 'ਚ ਸਿੱਖ ਲੋਕਾਂ 'ਚ ਕਰਦੇ ਨੇ, ਤਾਂ ਉਹ ਸਰੀਰ ਸਵਾਹ ਹੋ ਜਾਂਦਾ। ਅਤੇ ਜਿੱਥੇ ਮੁਸਲਮਾਨ ਵੀਰ ਸਰੀਰ ਨੂੰ ਦੱਬਦੇ ਨੇ ਉੱਥੇ ਕਹਿੰਦੇ ਫਿਰ ਕੀੜਿਆਂ ਦਾ ਦਲ ਸਰੀਰ ਨੂੰ ਖਾ ਜਾਂਦਾ। ਕਹਿੰਦੇ ਜਿਸ ਤਰ੍ਹਾਂ ਕੱਚਾ ਘੜਾ ਹੁੰਦਾ, ਉਹਦੇ ਵਿੱਚ ਪਾਣੀ ਰੱਖਿਆ ਜਾਵੇ ਤਾਂ ਪਾਣੀ ਦੇ ਨਾਲ ਘੜਾ ਗਲ ਜਾਂਦਾ ਅਤੇ ਪਾਣੀ ਬਾਹਰ ਨਿਕਲ ਜਾਂਦਾ। ਇਸ ਤਰ੍ਹਾਂ ਹੀ ਜਿਹੜਾ ਸਰੀਰ ਹੈ, ਜਦੋਂ ਤੱਕ ਤਾਂ ਸਵਾਸ ਹੈ, ਇਹਦੇ ਵਿੱਚ ਜਿੰਦ ਹੈ, ਤਾਂ ਸਰੀਰ ਦੀ ਕੋਈ ਪਾਇਆ ਹੈ। ਜਦੋਂ ਸਰੀਰ ਦੇ ਵਿੱਚੋਂ ਸਾਹ ਨਿਕਲ ਗਿਆ ਤਾਂ ਇਹ ਕੱਚੇ ਘੜੇ ਵਾਂਗ ਹੈ, ਮਿੱਟੀ ਹੈ। ਕਹਿੰਦੇ ਕਿਉਂ ਇਸ ਸਰੀਰ ਦੇ ਸਿਰ 'ਤੇ ਤੂੰ ਫੁੱਲਿਆ ਫੁੱਲਿਆ ਫਿਰਦਾ ਹੈ ਜੀਵ। ਤੈਨੂੰ ਉਹ ਕਹਿੰਦੇ ਸਮਾਂ ਭੁੱਲ ਗਿਆ ਜਦੋਂ ਮਾਤਾ ਦੇ ਗਰਭ ਵਿੱਚ 10 ਮਹੀਨੇ ਤੇਰਾ ਸਿਰ ਹੇਠਾਂ ਸੀ ਅਤੇ ਤੂੰ ਕਹਿੰਦੇ ਉਲਟਾ ਲਟਕ ਰਿਹਾ ਸੀ। ਉਹ ਦਿਨ ਕਹਿੰਦੇ ਤੂੰ ਭੁੱਲ ਗਿਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਉਂ ਮਧਮਾਖੀ ਤਿਉ ਸਠੋਰ ਰਸ, ਜੋਰ ਜੋਰ ਤਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਐ, ਭੂਤ ਰਹਿਨ ਕਿਉਂ ਦੀਆ। ਕਹਿੰਦੇ ਜੀਵ ਸਾਰੀ ਉਮਰ ਬੜਾ ਧਨ ਇਕੱਠਾ ਕਰਦਾ, ਪਰ ਜਾਣ ਲੱਗਿਆ ਤਾਂ ਕੁਛ ਨਾਲ ਨਹੀਂ ਜਾਂਦਾ। ਜਿਸ ਤਰ੍ਹਾਂ ਕਹਿੰਦੇ ਸ਼ਹਿਦ ਦੀ ਮੱਖੀ ਫੁੱਲਾਂ ਦੇ ਵਿੱਚੋਂ ਰਸ ਇਕੱਠਾ ਕਰ ਸ਼ਹਿਦ ਇਕੱਠਾ ਕਰਦੀ ਆ, ਪਰ ਸ਼ਹਿਦ ਬੇਗਾਨਾ ਹੋ ਜਾਂਦਾ, ਮੱਖੀ ਦੇ ਕੰਮ ਨਹੀਂ ਨਾ ਆਉਂਦਾ। ਤਿਵੇਂ ਜੀਵ ਦਾ ਜੋੜਿਆ ਹੋਇਆ ਪੈਸਾ ਬੇਗਾਨਾ ਹੋ ਜਾਂਦਾ ਮੌਤ ਆਉਣ 'ਤੇ, ਉਹਦੇ ਆਪਣੇ ਕੰਮ ਨਹੀਂ ਆਉਂਦਾ, ਪਰ ਜੀਵ ਫਿਰ ਵੀ ਇਸ ਗੱਲ ਨੂੰ ਸਮਝਦਾ ਨਹੀਂ ਹੈ। ਕਹਿੰਦੇ ਜਦੋਂ ਜੀਵ ਦੀ ਮੌਤ ਹੁੰਦੀ ਆ ਤਾਂ ਘਰ ਦੇ ਵਿੱਚ ਉਹਨੂੰ ਬਹੁਤੀ ਦੇਰ ਨਹੀਂ ਰੱਖਿਆ ਜਾਂਦਾ। ਸਾਰੇ ਬੜੀ ਕਾਹਲੀ 'ਚ ਹੁੰਦੇ ਨੇ ਕਿ ਹੁਣ ਇਹਨੂੰ ਛੇਤੀ ਮਰਕਟ ਘਾਟ ਲੈ ਜਾਓ। ਦੇਹਰੀ ਲਓ ਬਰੀ ਨਾਰ ਸੰਗ ਪਈ, ਆਗੈ ਸਜਨ ਸੁਹੇਲਾ, ਮਰਕਟ ਲਓ ਸਭ ਲੋਗ ਕੁਟੰਬ ਪਿਓ, ਆਗੈ ਹੰਸ ਅਕੇਲਾ। ਕਹਿੰਦੇ ਘਰ ਦੀ ਦਹਲੀਜ਼ ਤੱਕ ਉਹਦੀ ਪਤਨੀ ਵੀ ਨਾਲ ਆਉਂਦੀ ਆ, ਉਹਦੀ ਸਰੀਰ ਦੇ ਜਿਹੜਾ ਲੈ ਕੇ ਜਾ ਰਹੇ ਹੁੰਦੇ ਨੇ ਹੁਣ ਆਪਣਾ ਦਫਨਾਉਣ ਲਈ,
ਤੇ ਉਹ ਤੋਂ ਅੱਗੇ ਕਹਿੰਦੇ ਉਹਦੇ ਸੱਜਣ ਮਿੱਤਰ ਪਰਿਵਾਰ ਦੇ ਸੰਬੰਧੀ ਨਾਲ ਜਾਂਦੇ ਨੇ, ਜਿੱਦਾਂ ਕਹਿੰਦੇ ਨੇ ਮਰਕਟ ਤੱਕ, ਜਿੱਥੇ ਆਪਣਾ ਮੁਰਦੇ ਨੂੰ ਦਬਾਉਣ ਲਈ ਜਗ੍ਹਾ ਬਣਾਈ ਹੁੰਦੀ ਆ। ਤੇ ਫਿਰ ਕਹਿੰਦੇ ਉੱਥੇ ਤੱਕ ਚਲੋ ਪਰਿਵਾਰ ਦੇ ਲੋਕ ਤੇ ਹੋਰ ਸਕੇ ਸੰਬੰਧੀ ਜਾਂਦੇ ਨੇ, ਪਰ ਉਹ ਤੋਂ ਬਾਅਦ ਅੱਗੇ ਪਰਲੋਕ ਵਿੱਚ ਤਾਂ ਕਹਿੰਦੇ ਆਤਮਾ ਨੇ ਇਕੱਲੀ ਜਾਣਾ ਨਾ, ਹੰਸ ਅਕੇਲਾ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਦਾਇਆ, ਜਿਉ ਨਲਨੀ ਭ੍ਰਮ ਸੂਆ। ਫਿਰ ਕਬੀਰ ਜੀ ਕਹਿੰਦੇ ਨੇ ਇਹ ਤਾਂ ਇਸ ਤਰ੍ਹਾਂ ਹੈ, ਕਹਿੰਦੇ ਜਿਵੇਂ ਖੂਹ ਨੂੰ ਮੌਤ ਨੇ ਘੇਰਿਆ ਹੋਵੇ। ਕਹਿੰਦੇ ਵੀ ਖੂਹ ਨੂੰ ਮੌਤ ਨੇ ਘੇਰਿਆ ਦਾ ਮਤਲਬ ਕੀ, ਵੀ ਜਿਹੜਾ ਮੌਤ ਹੈਗੀ ਆ ਉਹ ਜੀਵ ਨੂੰ ਜ਼ਰੂਰ ਆਉਣੀ ਹੀ ਆਉਣੀ ਹੈ, ਇਹ 'ਚ ਕੋਈ ਝੂਠ ਨਹੀਂ ਹੈ, ਇਹ ਸੱਚਾਈ ਹੈ। ਕਹਿੰਦੇ ਜੀਵ ਕਹਿੰਦੇ ਆਪਣੇ ਆਪ ਨੂੰ ਮਾਇਆ ਦੇ ਨਾਲ ਇਸ ਤਰ੍ਹਾਂ ਬੰਨ੍ਹ ਲੈਂਦਾ, ਜਿਸ ਤਰ੍ਹਾਂ ਕਹਿੰਦੇ ਜਦੋਂ ਸ਼ਿਕਾਰੀ ਹੁੰਦੇ ਨੇ ਉਹ ਤੋਤੇ ਨੂੰ ਫੜਨ ਦੇ ਲਈ ਇੱਕ ਨਲਨੀ ਬਣਾਉਂਦੇ ਨੇ, ਨਲਨੀ ਦੇ ਹੇਠਾਂ ਪਾਣੀ ਰੱਖ ਦਿੰਦੇ ਨੇ, ਅਤੇ ਜਦੋਂ ਉਹ ਨਲਨੀ ਦੇ ਨਾਲ ਚਿੰਬੜਿਆ ਹੋਇਆ ਤੋਤਾ ਹੇਠਾਂ ਪਾਣੀ ਨੂੰ ਦੇਖਦਾ, ਉਹਨੂੰ ਹੁੰਦਾ ਮੈਂ ਪਾਣੀ 'ਚ ਡਿੱਗ ਨਾ ਜਾਵਾਂ, ਉਹ ਨਲਨੀ ਦੇ ਨਾਲ ਘੁੱਟ ਕੇ ਹੋਰ ਚਿੰਬੜ ਜਾਂਦਾ ਅਤੇ ਉਹ ਫੜਿਆ ਜਾਂਦਾ। ਇਸ ਤਰ੍ਹਾਂ ਹੀ ਕਹਿੰਦੇ ਜਿਹੜੀ ਨਲਨੀ ਨੂੰ ਫੜਨ ਦਾ ਨਲਨੀ ਨੂੰ ਤੋਤਾ ਘੁੱਟ ਕੇ ਫੜਦਾ ਹੈ, ਇਹੀ ਉਹਦੇ ਫੜੇ ਜਾਣ ਦਾ ਕਾਰਨ ਬਣ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹੜਾ ਜੀਵ ਹੈ ਮਾਇਕ ਪਦਾਰਥਾਂ ਦੇ ਵਿੱਚ ਬੰਧ ਜਾਂਦਾ ਹੈ, ਅਤੇ ਮਾਇਕ ਪਦਾਰਥਾਂ ਵਿੱਚ ਉਹਦਾ ਬੰਧ ਜਾਣਾ ਹੀ ਉਹਦੇ ਆਤਮਿਕ ਮੌਤ ਦਾ ਕਾਰਨ ਬਣ ਜਾਂਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਵੇਦ ਪੁਰਾਨ ਸਬੈ ਮਤ ਸੁਨ ਕੈ, ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਿਤ ਪੈ ਚਲੇ ਨਿਰਾਸਾ। ਕਹਿੰਦੇ ਜਿਹੜੇ ਵੇਦ ਪੁਰਾਣ ਨੇ ਉਹਦੀ ਮੱਤ ਲੈ ਕੇ ਜੀਵ ਸੋਚਦੇ ਨੇ ਕਿ ਵੀ ਅਸੀਂ ਇਹ ਵਾਲੇ ਕਰਮ ਕਰਾਂਗੇ ਤਾਂ ਸ਼ਾਇਦ ਸਾਡੇ ਲਈ ਮੁਕਤੀ ਦਾ ਸਾਧਨ ਹੈ, ਕਿ ਆਹ ਕਰਮ ਜਿਸ ਤਰ੍ਹਾਂ ਵੇਦ ਪੁਰਾਣ ਦੱਸਦੇ ਨੇ ਆਹ ਕਰਮ ਚੰਗੇ ਨੇ, ਆਹ ਕਰਮ ਮਾੜੇ ਨੇ, ਫਿਰ ਜੀਵ ਉਹਨਾਂ ਕਰਮ ਕਾਂਡਾਂ ਵਿੱਚ ਪੈ ਜਾਂਦੇ ਨੇ। ਪਰ ਪਾਤਸ਼ਾਹ ਕਹਿੰਦੇ ਨੇ ਜੋ ਮੌਤ ਹੈ ਉਹ ਤਾਂ ਜੀਵ ਨੂੰ ਅਵੱਸ਼ ਆਉਣੀ ਹੈ। ਕਹਿੰਦੇ ਇਸ ਤਰ੍ਹਾਂ ਹੀ ਜੋ ਪੰਡਿਤ ਲੋਕ ਨੇ ਉਹ ਵੀ ਨਿਰਾਸ਼ਤਾ ਦੇ ਵਿੱਚ ਬਿਨਾਂ ਕੁਛ ਪ੍ਰਾਪਤੀ ਕੀਤੇ ਇੱਥੋਂ ਚਲੇ ਜਾਂਦੇ ਨੇ, ਸਿਰਫ ਕਰਮ ਕਾਂਡਾਂ ਦੇ ਚੱਕਰ ਵਿੱਚ ਪਿਆ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ, ਰਹਾਓ। ਫਿਰ ਕਬੀਰ ਜੀ ਕਹਿੰਦੇ ਨੇ ਇਹ ਮੇਰੇ ਮਨ ਇੱਕ ਹੀ ਕੰਮ ਕਰਨ ਵਾਲਾ ਸੀਗਾ, ਉਹ ਕੰਮ ਸੀ ਪਰਮੇਸ਼ਰ ਦਾ ਨਾਮ ਲੈਣਾ, ਅਤੇ ਉਹੀ ਕੰਮ ਤੂੰ ਕੀਤਾ ਨਹੀਂ। ਬਨਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਨ ਖਾਇਆ, ਨਾਦੀ ਬੇਦੀ ਸਬਦੀ ਮੋਨੀ, ਜਮ ਕੇ ਪਟੈ ਲਿਖਾਇਆ। ਫਿਰ ਕਹਿੰਦੇ ਨੇ ਵੀ ਲੋਕ ਬਾਹਰ ਜੰਗਲਾਂ ਵਿੱਚ ਜਾਂਦੇ ਨੇ, ਉੱਥੇ ਫਿਰ ਗਾਜਰ ਮੂਲੀ ਇੱਦਾਂ ਦੇ ਜੋ ਵੀ ਹੈ ਮਤਲਬ ਪੱਤੇ ਵਗੈਰਾ ਖਾ ਕੇ ਗੁਜ਼ਾਰਾ ਕਰਦੇ ਨੇ। ਕੋਈ ਜੋਗੀ ਨੇ, ਕੋਈ ਸ਼ਬਦ ਜਿਵੇਂ ਅਲੱਖ ਦਾ ਜਾਪ ਕਰਨ ਵਾਲੇ ਨੇ, ਕੋਈ ਮੋਨੀ ਸਾਧੂ ਨੇ, ਅਤੇ ਇਸ ਤਰ੍ਹਾਂ ਕਹਿੰਦੇ ਵੀ ਅਲੱਗ ਅਲੱਗ ਨੇ, ਪਰ ਸਾਰੇ ਹੀ ਕਹਿੰਦੇ ਆਤਮਿਕ ਮੌਤ ਦੇ ਘੇਰੇ ਵਿੱਚ ਨੇ, ਪਰਮੇਸ਼ਰ ਦੇ ਨਾਲ ਕਿਸੇ ਦੀ ਵੀ ਜਾਣ ਪਹਿਚਾਣ ਨਹੀਂ ਹੋਈ। ਭਗਤ ਨਾਰਦੀ ਹਿਰਦੈ ਨ ਆਈ, ਕਾਛ ਕੂਛ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ। ਕਹਿੰਦੇ ਜੇ ਕਿਸੇ ਨੇ ਆਪਣੇ ਸਰੀਰ ਦੇ ਉੱਪਰ ਕੋਈ ਧਾਰਮਿਕ ਚਿੰਨ੍ਹ ਵਗੈਰਾ ਵੀ ਬਣਵਾ ਲਏ, ਤਾਂ ਵੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਤੇ ਨਹੀਂ ਆਈ ਨਾ। ਜੇ ਕੋਈ ਰਾਗ ਰਾਗਨੀਆਂ ਵੀ ਗਾਉਂਦੇ ਨੇ, ਪਰਮੇਸ਼ਰ ਦੇ ਨਾਮ ਲਈ ਰਾਗ ਰਾਗਨੀਆਂ 'ਚ ਕਹਿੰਦੇ ਗਾਉਂਦੇ ਨੇ, ਅਤੇ ਉਹਨਾਂ ਨੇ ਵੀ ਕਹਿੰਦੇ ਪਰਮੇਸ਼ਰ ਤੋਂ ਕੀ ਪਾ ਲਿਆ, ਜਦੋਂ ਤੱਕ ਉਹਨਾਂ ਦੀ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਹੋਈ, ਉਹਨਾਂ ਦੇ ਅੰਦਰੋਂ ਵਿਕਾਰ ਨਹੀਂ ਖਤਮ ਹੋਏ। ਪਰਿਓ ਕਾਲ ਸਬੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ,
कहो कबीर जन भये खालसे प्रेम भगत जिह जानी परयो काल सबै जग ऊपर माहे लिखै परम ज्ञानी कहो कबीर जन भये खालसे प्रेम भगत जिह जानी। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਕਿ ਸਾਰਾ ਹੀ ਸੰਸਾਰ ਮੌਤ ਦੇ ਅਧੀਨ ਹੈ। ਕਹਿੰਦੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਗਿਆਨੀ ਸਮਝਦੇ ਨੇ ਉਹ ਵੀ ਭਰਮ ਦੇ ਵਿੱਚ ਪਏ ਹੋਏ ਨੇ। ਇਹ ਕਹਿੰਦੇ ਜੋ ਮੌਤ ਦਾ ਚੱਕਰ ਹੈ ਇਹਦੇ ਵਿੱਚ ਸਾਰਾ ਸੰਸਾਰ ਹੀ ਆਉਂਦਾ ਹੈ। ਫਿਰ ਕਬੀਰ ਜੀ ਕਹਿੰਦੇ ਨੇ ਉਹ ਜੀਵ ਸਿਰਫ ਕਹਿੰਦੇ ਮੁਕਤੀ ਪਾਉਂਦੇ ਨੇ। ਖਾਲਸੇ ਉਹ ਜਿਨ੍ਹਾਂ ਨੇ ਮਾਇਆ ਤੋਂ ਖਲਾਸੀ ਪਾ ਲਈ, ਵਿਕਾਰਾਂ ਤੋਂ ਖਲਾਸੀ ਪਾ ਲਈ, ਆਸਾ ਤ੍ਰਿਸ਼ਨਾ ਤੋਂ ਖਲਾਸੀ ਪਾ ਲਈ, ਆਵਾਗਮਨ ਤੋਂ ਖਲਾਸੀ ਪਾ ਲਈ, ਉਹ ਖਾਲਸੇ ਨੇ। ਖਾਲਸੇ ਉਹ ਨੇ ਅਤੇ ਉਹ ਬਣਦੇ ਨੇ ਖਾਲਸੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣ ਲਈ ਹੈ, ਜੋ ਪਰਮੇਸ਼ਰ ਦੀ ਭਗਤੀ ਪ੍ਰੇਮ ਨਾਲ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹੀ ਕਹਿ ਰਹੇ ਨੇ ਕਬੀਰ ਜੀ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।